ਹੈਲੋ ਸਟੂਡੈਂਟਸ। ਲੈਕਚਰ 4 ਡਿਫਰੈਂਸ਼ੀਏਬਿਲਟੀ ਦਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਇਹ ਕੁਐਸਚਨ ਡਿਸਕਸ ਕਰਦੇ ਹਾਂ ਜਿਹੜਾ ਕਿ ਮੈਂ ਲੈਕਚਰ 3 ਚ ਪੁੱਛਿਆ ਸੀ ਤੁਹਾਨੂੰ ਐਂਡ ਤੇ, ਕਿ ਇਹ ਜਿਹੜਾ ਫੰਕਸ਼ਨ ਹੈ ਇਹ ਕਿੱਥੇ ਕਿੱਥੇ ਕੰਟੀਨਿਊਸ ਹੈ, ਮਤਲਬ ਕਿੱਥੇ ਕਿੱਥੇ ਕੀ ਕੰਟੀਨਿਊਟੀ ਬਾਰੇ ਦੱਸਣਾ ਆਪਾਂ ਇੱਕ ਤਾਂ ਇਹਦੀ, ਇੱਕ ਡਿਫਰੈਂਸ਼ੀਏਬਿਲਿਟੀ ਬਾਰੇ ਦੱਸਣਾ ਹੈ। ਤਾਂ ਆਪਾਂ ਦੇਖ ਸਕਦੇ ਹਾਂ ਇਹ ਵੀ ਮੋਡੂਲਸ ਹੈ, ਇਹ ਵੀ ਮੋਡੂਲਸ ਫੰਕਸ਼ਨ ਹੈ, ਇਹ ਵੀ ਮੋਡੂਲਸ ਫੰਕਸ਼ਨ ਹੈ ਜਿਹੜਾ ਕਿ ਐਵਰੀਵੇਅਰ ਕੰਟੀਨਿਊਸ ਹੁੰਦਾ ਹੈ। ਤਾਂ ਤਿੰਨਾਂ ਦਾ ਸਮ ਵੀ ਕੀ ਹੋਏਗਾ, ਐਵਰੀਵੇਅਰ ਕੰਟੀਨਿਊਸ ਫੰਕਸ਼ਨ। ਉਸ ਤੋਂ ਬਾਅਦ ਡਿਫਰੈਂਸ਼ੀਏਬਿਲਿਟੀ ਦੀ ਗੱਲ ਕਰੀਏ ਤਾਂ ਇਹ ਜਿਹੜਾ ਫੰਕਸ਼ਨ ਹੈ ਸਾਰਾ, ਇਹ ਇੱਕ ਤਾਂ ਡਿਫਰੈਂਸ਼ੀਏਬਲ ਨਹੀਂ ਹੋਏਗਾ -1/2 ਤੇ, ਇੱਕ 2 ਤੇ ਇੱਕ -3/5 ਤੇ। ਤਿੰਨ ਜਗ੍ਹਾ ਤੇ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੋਏਗਾ ਕਿਉਂਕਿ ਉੱਥੇ ਗ੍ਰਾਫ ਦੇ ਵਿੱਚ ਕੋਰਨਰਸ ਬਣਨਗੇ। ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਲੈਕਚਰ 4। ਲੈਕਚਰ 4 ਦੇ ਵਿੱਚ ਆਪਾਂ ਥਿਊਰਮ ਕਰਦੇ ਹਾਂ ਇੱਕ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ, ਬੱਚਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਇਫ ਅ ਫੰਕਸ਼ਨ f is derivable at a point c, then it is necessarily continuous at point c। ਤਾਂ ਥਿਊਰਮ ਕਹਿ ਰਹੀ ਹੈ ਕਿ ਜੇ ਕੋਈ ਫੰਕਸ਼ਨ c ਪੁਆਇੰਟ ਤੇ ਡਿਰਾਈਵੇਬਲ ਹੈ ਜਾਂ ਡਿਫਰੈਂਸ਼ੀਏਬਲ ਵੀ ਬੋਲ ਸਕਦੇ ਹਾਂ ਆਪਾਂ, ਤਾਂ ਉਸ ਜਗ੍ਹਾ ਤੇ c ਤੇ ਕੰਟੀਨਿਊਸ ਵੀ ਹੋਏਗਾ। ਮਤਲਬ ਜੇ c ਤੇ ਡਿਫਰੈਂਸ਼ੀਏਬਲ ਹੈ ਤਾਂ c ਤੇ ਕੰਟੀਨਿਊਸ ਵੀ ਹੋਏਗਾ ਹੀ ਹੋਏਗਾ। ਇਹ ਆਪਾਂ ਥਿਊਰਮ ਪੜ੍ਹਦੇ ਹਾਂ, ਹੁਣ ਥੋੜੇ ਸਟੈਪਸ ਦੇਖਦੇ ਹਾਂ ਆਰਾਮ ਨਾਲ। ਤਾਂ ਪਹਿਲੀ ਗੱਲ ਹੈ ਕਿ ਫੰਕਸ਼ਨ ਹੈ ਜਿਹੜਾ ਆਪਾਂ ਨੂੰ ਦਿੱਤਾ ਹੋਇਆ ਡਿਰਾਈਵੇਬਲ ਹੈ ਐਟ ਪੁਆਇੰਟ c ਗਿਵਨ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਇਹ ਵਾਲਾ ਜਿਹੜਾ ਹੈਗਾ ਇਹ ਡੈਰੀਵੇਟਿਵ ਦੀ ਡੈਫੀਨੇਸ਼ਨ ਹੀ ਹੈ। ਇਹਦਾ ਮਤਲਬ ਕਿ ਇਹ ਜਿਹੜਾ ਐਗਜ਼ਿਸਟ ਕਰਦੀ ਹੈ ਫਾਈਨਾਈਟਲੀ, ਕਿਉਂਕਿ ਜਦੋਂ ਕੋਈ ਫੰਕਸ਼ਨ c ਤੇ ਡਿਫਰੈਂਸ਼ੀਏਬਲ ਹੈ ਤਾਂ ਇਹਦਾ ਮਤਲਬ ਇਹਦੀ ਵੈਲਿਊ ਕੀ ਹੁੰਦੀ ਹੈ, ਫਾਈਨਾਈਟ। ਠੀਕ ਹੈ, ਇਹਨੂੰ ਆਪਾਂ ਕੀ ਲਿਖਦੇ ਹੁੰਦੇ ਆ, f ਡੈਸ਼ c, ਮਤਲਬ ਡੈਰੀਵੇਟਿਵ ਆਫ ਦਾ ਫੰਕਸ਼ਨ ਐਟ ਪੁਆਇੰਟ c। ਤਾਂ ਇੱਕ ਤਰ੍ਹਾਂ ਦਾ ਆਪਾਂ ਨੂੰ ਇਹ ਵੀ ਗਿਵਨ ਹੋ ਗਿਆ, ਇਹਨੂੰ ਆਪਾਂ ਨੰਬਰ 1 ਲਿਖ ਲਾਂਗੇ। ਉਸ ਤੋਂ ਬਾਅਦ ਆਪਾਂ ਸਲੋਲੀ ਇਹਦੇ ਸਟੈਪਸ ਦੇਖਦੇ ਹਾਂ। ਪਹਿਲਾਂ ਤਾਂ ਮੈਂ ਲਿਖ ਲਿਆ ਲਿਮਿਟ x ਅਪਰੋਚਸ ਟੂ c f ਆਫ x, ਸੇਮ ਹੀ ਇੱਧਰ ਲਿਖ ਲਿਆ ਕਿਉਂਕਿ ਦੋਨੇ ਚੀਜ਼ਾਂ ਇੱਕੋ ਜਿਹੀਆਂ ਲਿਖਾਂਗੇ ਤਾਂ ਦੋਨੇ ਬਰਾਬਰ ਹੀ ਹੁੰਦੀਆਂ, ਆਪਾਂ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਨੈਕਸਟ ਸਟੈਪ ਤੇ ਲੈਫਟ ਹੈਂਡ ਸਾਈਡ 'ਚ ਮੈਂ ਕੁਝ ਨਹੀਂ ਕੀਤਾ, ਰਾਈਟ ਹੈਂਡ ਸਾਈਡ ਤੇ f ਆਫ c ਇੱਕ ਵਾਰੀ ਘਟਾਤਾ ਇੱਕ ਵਾਰੀ ਜੋੜਤਾ। ਠੀਕ ਹੈ ਜੀ। ਉਦੋਂ ਬਾਅਦ ਲੈਫਟ ਹੈਂਡ ਸਾਈਡ ਤੇ ਕੁਝ ਨਹੀਂ ਕੀਤਾ, ਦੇਖ ਲਓ। ਰਾਈਟ ਹੈਂਡ ਸਾਈਡ ਤੇ ਕੀ ਕੀਤਾ ਹੈ, ਲਿਮਿਟ ਇਹਦੀ ਅਲੱਗ ਲਗਾਤੀ, ਆਪਾਂ ਲਿਮਿਟ ਇਹਦੀ ਅਲੱਗ ਲਗਾਤੀ। ਇਹ ਆਪਾਂ ਪੜਿਆ ਹੋਇਆ ਐਲਜਬਰਾ ਆਫ ਲਿਮਿਟਸ। ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਐਲਜਬਰਾ ਆਫ ਲਿਮਿਟਸ ਨੂੰ ਕਿਵੇਂ ਕਰਨਾ ਆਪਾਂ। ਨੈਕਸਟ ਲੈਫਟ ਹੈਂਡ ਸਾਈਡ ਤੇ ਕੁਝ ਨਹੀਂ ਕੀਤਾ। ਇਸ ਸਟੈਪ ਤੇ ਅਸੀਂ ਕੀ ਕੀਤਾ, ਇਸ ਬ੍ਰੈਕਟ ਨੂੰ x ਮਾਈਨਸ c ਨਾਲ ਮਲਟੀਪਲਾਈ ਕਰਤਾ ਤੇ x ਮਾਈਨਸ c ਨਾਲ ਡਿਵਾਈਡ ਕਰਤਾ ਇਸ ਜਗ੍ਹਾ ਤੇ। ਠੀਕ ਹੈ ਜੀ। ਇਹ ਉਸੇ ਤਰ੍ਹਾਂ ਇਹਦੇ 'ਚ ਕੀ ਕੀਤਾ ਆਪਾਂ, ਜਦੋਂ ਆਪਾਂ f ਆਫ c 'ਚ x ਦੀ ਵੈਲਿਊ ਭਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਉਂਕਿ x ਇੱਥੇ ਹੈ ਹੀ ਨਹੀਂ ਤਾਂ ਕੋਈ ਫਰਕ ਹੀ ਨਹੀਂ ਪਏਗਾ। ਇੱਥੇ ਕੀ ਆ ਜਾਏਗਾ, ਲਿਮਿਟ ਭਰਨ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ f ਆਫ c ਦਾ f ਆਫ c ਰਹਿ ਗਿਆ। ਲੈਫਟ ਹੈਂਡ ਸਾਈਡ ਸੇਮ ਹੈ ਫਿਰ। ਠੀਕ ਹੈ ਜੀ। ਰਾਈਟ ਹੈਂਡ ਸਾਈਡ ਤੇ ਇਹਦੀ ਲਿਮਿਟ ਆਪਾਂ ਅਲੱਗ ਕਰਤੀ ਇਸ ਪੋਰਸ਼ਨ ਦੀ, ਤੇ ਇਸ ਪੋਰਸ਼ਨ ਦੀ ਲਿਮਿਟ ਅਲੱਗ ਕਰਤੀ। ਇਹ ਵੀ ਆਪਣਾ ਐਲਜਬਰਾ ਆਫ ਲਿਮਿਟਸ ਦਾ ਹੀ ਰੂਲ ਹੈ। ਠੀਕ ਹੈ, ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਰੂਲ ਆਫ ਐਲਜਬਰਾ ਆਫ ਲਿਮਿਟਸ, ਇਹ ਸੇਮ ਹੀ ਆ ਗਿਆ। ਇਸ ਤੋਂ ਬਾਅਦ ਧਿਆਨ ਨਾਲ ਦੇਖੋ, ਲੈਫਟ ਹੈਂਡ ਸਾਈਡ ਸੇਮ ਹੈ। ਇਹ ਜਿਹੜਾ ਪਹਿਲਾ ਬ੍ਰੈਕਟ ਹੈ ਇਹਨੂੰ ਆਪਾਂ ਉੱਪਰ ਕੀ ਕਹਿ ਕੇ ਆਏ ਸੀ, ਇੱਧਰ ਦੇਖੋ, ਇਹਨੂੰ ਆਪਾਂ ਬੋਲ ਕੇ ਆਏ ਸੀ ਨੰਬਰ 1 ਦੇ ਵਿੱਚ f ਡੈਸ਼ c। ਤਾਂ ਮੈਂ ਇਸ ਵੱਡੀ ਬ੍ਰੈਕਟ ਦੀ ਜਗ੍ਹਾ ਤੇ ਲਿਖ ਲਿਆ f ਡੈਸ਼ c, ਨਾਲ ਹੀ ਲਿਖ ਲਿਆ ਬਿਕੋਜ਼ ਆਫ ਯੂਜ਼ਿੰਗ 1, ਕਿਉਂਕਿ 1 ਚ ਆਪਾਂ ਇਹਨੂੰ f ਡੈਸ਼ c ਕਿਹਾ ਸੀ। ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਇੱਥੇ ਲਿਮਿਟ ਜਦੋਂ ਆਪਾਂ ਭਰਾਂਗੇ ਤਾਂ ਇੱਥੇ c ਆ ਜਾਏਗਾ x ਦੀ ਜਗ੍ਹਾ ਤੇ, ਇੱਕ c ਪਹਿਲਾਂ ਹੀ ਹੈ, ਪਲੱਸ f ਆਫ c ਦਾ f ਆਫ c ਉਵੇਂ ਦਾ ਉਵੇਂ ਹੀ ਆ ਗਿਆ ਇੱਥੇ। ਨੈਕਸਟ ਲੈਫਟ ਹੈਂਡ ਸਾਈਡ ਸੇਮ, f ਡੈਸ਼ c ਸੇਮ, c ਚੋਂ c ਘਟਾਵਾਂਗੇ ਤਾਂ 0 ਆ ਜਾਊਗਾ, ਇਹ ਵੀ ਸੇਮ ਹੀ ਆ ਗਿਆ। ਜਦੋਂ ਆਪਾਂ ਇੱਥੇ 0 ਨਾਲ ਮਲਟੀਪਲਾਈ ਕੀਤਾ ਤਾਂ ਇਹ ਫਿਨਿਸ਼ ਹੋ ਗਈ ਟਰਮ। ਤਾਂ ਰਹਿ ਕੀ ਗਿਆ, ਇੱਕ ਤਾਂ ਲੈਫਟ ਹੈਂਡ ਸਾਈਡ ਰਹਿ ਗਈ, ਇੱਕ f ਆਫ c ਰਹਿ ਗਿਆ ਰਾਈਟ ਹੈਂਡ ਸਾਈਡ ਤੇ। ਤਾਂ ਇੱਥੇ ਆਪਾਂ ਦੇਖ ਸਕਦੇ ਹਾਂ ਇਹ ਲਿਮਿਟ ਦੀ ਡੈਫੀਨੇਸ਼ਨ ਹੈ ਜਿਹੜੀ ਆਪਾਂ, ਸੌਰੀ ਲਿਮਿਟ ਦੀ ਨਹੀਂ, ਕੰਟੀਨਿਊਟੀ ਦੀ ਡੈਫੀਨੇਸ਼ਨ ਹੈ ਜੋ ਆਪਾਂ ਕੰਟੀਨਿਊਟੀ ਦੇ ਪਹਿਲੇ ਲੈਕਚਰ 'ਚ ਕੀਤੀ ਹੈ ਕਿ ਜੇ ਲਿਮਿਟ x ਅਪਰੋਚਸ ਟੂ c f ਆਫ x ਇਜ਼ ਇਕੁਅਲ ਟੂ f ਆਫ c ਆ ਜਾਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਸਾਡਾ ਕੰਟੀਨਿਊਸ ਹੈ c ਤੇ। ਤਾਂ ਹੁਣ ਆਪਣੀ ਥਿਊਰਮ ਪ੍ਰੂਵ ਹੋ ਗਈ। ਕੀ ਯਾਦ ਰੱਖਣਾ ਆਪਾਂ ਕਿ ਜੇ ਸਾਡਾ ਫੰਕਸ਼ਨ ਕਿਸੇ ਪੁਆਇੰਟ ਦੇ ਉੱਪਰ ਡਿਫਰੈਂਸ਼ੀਏਬਲ ਹੈ ਤਾਂ ਆਪਾਂ ਦਾਅਵਾ ਕਰ ਸਕਦੇ ਹਾਂ ਕਿ ਸਾਡਾ ਫੰਕਸ਼ਨ
ਉਸੇ ਪੁਆਇੰਟ ਤੇ ਕੰਟੀਨਿਊਸ ਵੀ ਹੋਏਗਾ। ਬਟ ਇਹਦੇ ਨਾਲ ਇੱਕ ਹੋਰ ਇੰਪੋਰਟੈਂਟ ਆਪਾਂ ਯਾਦ ਰੱਖਣਾ ਕਿ ਇਸ ਥਿਊਰਮ ਦਾ ਕਨਵਰਸ ਹੈ ਜਿਹੜਾ ਉਹ ਜ਼ਰੂਰੀ ਨਹੀਂ ਟਰੂ ਹੋਵੇ। ਮਤਲਬ ਜੇ ਕੋਈ ਫੰਕਸ਼ਨ ਸੀ ਤੇ ਕੰਟੀਨਿਊਸ ਹੈ ਤਾਂ ਆਪਾਂ ਦਾਅਵਾ ਨਹੀਂ ਕਰ ਸਕਦੇ ਕਿ ਉਹ ਸੀ ਤੇ ਡਿਫਰੈਂਸ਼ੀਏਬਲ ਵੀ ਹੋਏਗਾ। ਠੀਕ ਹੈ, ਇਹਨੂੰ ਆਪਾਂ ਸਮਝਦੇ ਕਿ ਐਗਜ਼ਾਮਪਲ ਦੇ ਨਾਲ। ਐਗਜ਼ਾਮਪਲ ਦੇਖੋ, ਇੱਕ ਮੈਂ ਐਫ ਆਫ ਐਕਸ ਇਜ਼ ਇਕੁਅਲ ਟੂ ਮੋਡੂਲਸ ਆਫ ਐਕਸ ਰੱਖ ਲਿਆ। ਇਸ ਫੰਕਸ਼ਨ ਦਾ ਆਪਾਂ ਨੂੰ ਪਤਾ ਹੈ ਕਿ ਇਹ ਐਵਰੀਵੇਅਰ ਕੰਟੀਨਿਊਸ ਹੁੰਦਾ ਹੈ, ਇਹਦਾ ਮਤਲਬ ਜ਼ੀਰੋ ਤੇ ਵੀ ਇਹ ਕੰਟੀਨਿਊਸ ਹੈਗਾ। ਠੀਕ ਹੈ, ਮੋਡੂਲਸ ਫੰਕਸ਼ਨ ਜ਼ੀਰੋ ਤੇ ਕੰਟੀਨਿਊਸ ਹੈ। ਤੁਸੀਂ ਗ੍ਰਾਫ 'ਚ ਦੇਖ ਸਕਦੇ ਹੋ ਕਿ ਕਿਤੇ ਵੀ ਗੈਪ ਨਹੀਂ ਹੈਗਾ, ਬ੍ਰੇਕ ਨਹੀਂ ਹੈਗੀ, ਜੰਪ ਨਹੀਂ ਹੈਗਾ, ਇਹਦਾ ਮਤਲਬ ਮੋਡੂਲਸ ਫੰਕਸ਼ਨ ਜ਼ੀਰੋ ਤੇ ਕੀ ਹੈ, ਕੰਟੀਨਿਊਸ। ਹੁਣ ਆਪਾਂ ਚੈੱਕ ਕਰਦੇ ਹਾਂ ਜ਼ੀਰੋ ਤੇ ਡਿਫਰੈਂਸ਼ੀਏਬਿਲਿਟੀ। ਤਾਂ ਜ਼ੀਰੋ ਤੇ ਜਦੋਂ ਹੀ ਆਪਾਂ ਦੇਖਿਆ ਜ਼ੀਰੋ ਤੇ ਤਾਂ ਬਣ ਰਿਹਾ ਕੋਰਨਰ। ਕੋਰਨਰ ਬਣਨ ਕਰਕੇ ਕੀ ਹੋ ਗਿਆ, ਇਹਦੇ ਤੇ ਬਹੁਤ ਸਾਰੇ ਟੈਂਜੈਂਟਸ ਬਣਨ ਲੱਗ ਗਏ, ਤਾਂ ਇਸ ਕਰਕੇ ਇਹ ਫੰਕਸ਼ਨ ਜ਼ੀਰੋ ਤੇ ਡਿਫਰੈਂਸ਼ੀਏਬਲ ਨਹੀਂ ਰਿਹਾ। ਤਾਂ ਇਹੀ ਚੀਜ਼ ਆਪਾਂ ਸਮਝਣੀ ਹੈ ਕਿ ਜੇ ਕੋਈ ਫੰਕਸ਼ਨ ਸੀ ਤੇ ਡਿਫਰੈਂਸ਼ੀਏਬਲ ਹੈਗਾ ਤਾਂ ਉਹਨੂੰ ਸੀ ਤੇ ਕੰਟੀਨਿਊਸ ਕਹਿ ਸਕਦੇ ਹਾਂ। ਬਟ ਜੇ ਕੋਈ ਫੰਕਸ਼ਨ ਸੀ ਤੇ ਕੰਟੀਨਿਊਸ ਹੈ ਤਾਂ ਉਹਨੂੰ ਆਪਾਂ ਦਾਅਵੇ ਨਾਲ ਸੀ ਤੇ ਡਿਫਰੈਂਸ਼ੀਏਬਲ ਨਹੀਂ ਬੋਲ ਸਕਦੇ। ਜਿਵੇਂ ਕਿ ਆਪਾਂ ਇੱਥੇ ਸਮਝਿਆ ਕਿ ਇਹ ਫੰਕਸ਼ਨ ਜ਼ੀਰੋ ਤੇ ਦੇਖ ਲਓ ਕੰਟੀਨਿਊਸ ਹੈਗਾ ਬਟ ਜ਼ੀਰੋ ਤੇ ਡਿਫਰੈਂਸ਼ੀਏਬਲ ਨਹੀਂ ਹੈਗਾ। ਇਸ ਤੋਂ ਅੱਗੇ ਆਪਾਂ ਇੱਕ ਚੀਜ਼ ਹੈ ਹੋਰ ਆਪਾਂ ਯਾਦ ਰੱਖਣੀ ਹੈ ਜਿਹੜੀ, ਤਾਂ ਇਹਦੇ 'ਚ ਕੁਝ ਹੋਰ ਐਕਸਪਲੇਨੇਸ਼ਨ ਕੀਤੀ ਹੈ ਮੈਂ। ਦੇਖੋ, ਕਿਸੇ ਫੰਕਸ਼ਨ ਦੀ ਗੱਲ ਕਰ ਰਹੇ ਹਾਂ ਐਟ ਆ ਪੁਆਇੰਟ ਤੇ, ਤਾਂ ਪਹਿਲਾ ਸਟੈਪ ਹੈ ਜਿਹੜਾ ਉਹ ਲਿਖਿਆ ਕਿ ਜੇ ਕੋਈ ਫੰਕਸ਼ਨ ਸੀ ਤੇ ਡਿਫਰੈਂਸ਼ੀਏਬਲ ਹੈਗਾ ਤਾਂ ਆ ਦੇਖੋ ਲਿਖਿਆ ਡਿਫਰੈਂਸ਼ੀਏਬਲ ਮਤਲਬ ਡਰਾਈਵੇਬਲ, ਤਾਂ ਉਸੇ ਪੁਆਇੰਟ ਤੇ ਕੰਟੀਨਿਊਸ ਵੀ ਹੋਏਗਾ, ਜਿਹੜੀ ਕਿ ਆਪਾਂ ਥਿਊਰਮ ਕਰਕੇ ਆਏ ਹਾਂ। ਜਿਵੇਂ ਆ ਦੇਖੋ ਇੱਕ ਗ੍ਰਾਫ ਬਣਾਇਆ ਮੈਂ ਰੈੱਡ ਕਲਰ ਨਾਲ, ਸੀ ਤੇ ਦੇਖਣ ਲੱਗਿਆ। ਸੀ ਤੇ ਕੀ ਹੈ, ਫੰਕਸ਼ਨ ਸਮੂਥ ਹੈ ਵਾਲਾ ਹੈ ਨਾ ਗ੍ਰਾਫ, ਤੇ ਸਮੂਥਨੈਸ ਕਰਕੇ ਇੱਕੋ ਹੀ ਟੈਂਜੈਂਟ ਬਣ ਰਿਹਾ, ਤਾਂ ਆਪਾਂ ਕਹਾਂਗੇ ਫੰਕਸ਼ਨ ਹੈ ਜਿਹੜਾ ਸਾਡਾ ਸੀ ਤੇ ਡਿਫਰੈਂਸ਼ੀਏਬਲ ਹੈ। ਹੁਣ ਚੈੱਕ ਕਰੀਏ ਸੀ ਤੇ ਡਿਫਰੈਂਸ਼ੀਏਬਲ ਹੈ ਤਾਂ ਕੰਟੀਨਿਊਟੀ ਚੈੱਕ ਕਰੀਏ ਤਾਂ ਕੰਟੀਨਿਊਟੀ ਵੀ ਨਜ਼ਰ ਆ ਰਹੀ ਹੈ ਕਿ ਸੀ ਤੇ ਕੋਈ ਗੈਪ ਨਹੀਂ ਹੈਗਾ, ਬ੍ਰੇਕ ਨਹੀਂ ਹੈਗੀ, ਜੰਪ ਨਹੀਂ ਹੈਗਾ, ਤਾਂ ਫੰਕਸ਼ਨ ਸੀ ਤੇ ਵੀ ਕੰਟੀਨਿਊਸ ਹੈ। ਤਾਂ ਆਪਾਂ ਕਹਾਂਗੇ ਜਿਹੜਾ ਫੰਕਸ਼ਨ ਡਿਰਾਈਵੇਬਲ ਹੈ ਸੀ ਤੇ ਉਹ ਸੀ ਤੇ ਕੰਟੀਨਿਊਸ ਵੀ ਹੈਗਾ। ਪਹਿਲਾਂ ਆਪਾਂ ਇਹ ਯਾਦ ਰੱਖਣਾ ਹੈ ਨੰਬਰ 1। ਠੀਕ ਹੈ ਜੀ। ਨੰਬਰ 2 ਦੇਖਦੇ ਹਾਂ ਆਪਾਂ, ਜੇ ਕੋਈ ਫੰਕਸ਼ਨ ਕੰਟੀਨਿਊਸ ਹੈਗਾ ਕਿਸੇ ਪੁਆਇੰਟ ਤੇ ਤਾਂ ਉਹਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੱਕਾ ਹੀ ਡਰਾਈਵੇਬਲ ਹੋਊਗਾ, ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ। ਆ ਦੇਖੋ ਜਿਵੇਂ ਇੱਥੇ ਪਹਿਲੀ ਐਗਜ਼ਾਮਪਲ ਹੈ, ਤਾਂ ਇਹ ਫੰਕਸ਼ਨ ਜਿਹੜਾ ਮੈਂ ਬਣਾਇਆ ਇਹਦਾ ਗ੍ਰਾਫ ਰੈੱਡ ਕਲਰ ਨਾਲ, ਇਹ ਸੀ ਪੁਆਇੰਟ ਤੇ ਕੀ ਹੈ, ਕੰਟੀਨਿਊਸ ਹੈ, ਕਿਉਂਕਿ ਪਹਿਲਾਂ ਕੰਟੀਨਿਊਸ ਗ੍ਰਾਫ ਦਿਖਾਣਾ ਆਪਾਂ। ਉਸ ਤੋਂ ਬਾਅਦ ਸੀ ਪੁਆਇੰਟ ਤੇ ਚੈੱਕ ਕਰੀਏ, ਸੀ ਪੁਆਇੰਟ ਇੱਥੇ ਹੈ ਤਾਂ ਇਹਦੇ ਤੇ ਇੱਕੋ ਹੀ ਟੈਂਜੈਂਟ ਬਣ ਰਿਹਾ ਹੈ, ਤਾਂ ਇਹਦਾ ਮਤਲਬ ਸੀ ਤੇ ਕੰਟੀਨਿਊਸ ਸੀਗਾ ਤੇ ਸੀ ਤੇ ਡਿਰਾਈਵੇਬਲ ਵੀ ਹੈਗਾ। ਠੀਕ ਹੈ, ਨੈਕਸਟ ਦੇਖੀਏ, ਇਹ ਗ੍ਰਾਫ ਮੈਂ ਬਣਾਇਆ ਮੋਡੂਲਸ ਦਾ, ਤਾਂ ਇਹ ਫੰਕਸ਼ਨ ਹੈ ਜਿਹੜਾ ਜੇ ਆਪਾਂ ਜ਼ੀਰੋ ਤੇ ਗੱਲ ਕਰੀਏ ਤਾਂ ਜ਼ੀਰੋ ਤੇ ਕੰਟੀਨਿਊਸ ਸੀਗਾ ਬਟ ਜ਼ੀਰੋ ਤੇ ਕੋਰਨਰ ਹੋਣ ਕਰਕੇ ਡਿਰਾਈਵੇਬਲ ਨਹੀਂ ਹੈਗਾ। ਇਸੇ ਕਰਕੇ ਆਪਾਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜੇ ਕਿਸੇ ਪੁਆਇੰਟ ਤੇ ਕੰਟੀਨਿਊਸ ਹੈ ਜਿਵੇਂ ਸੀ ਤੇ, ਤਾਂ ਉੱਥੇ ਉਹ ਡਿਰਾਈਵੇਬਲ ਹੋ ਵੀ ਸਕਦਾ ਤੇ ਡਿਰਾਈਵੇਬਲ ਨਹੀਂ ਵੀ ਹੋ ਸਕਦਾ। ਮਤਲਬ ਕੰਟੀਨਿਊਟੀ ਐਟ ਅ ਪੁਆਇੰਟ ਤੋਂ ਬਾਅਦ ਕੋਈ ਬੱਚਾ ਦਾਅਵਾ ਨਹੀਂ ਕਰ ਸਕਦਾ ਕਿ ਡਰਾਈਵੇਬਲ ਵੀ ਹੋਏਗਾ, ਉਹਦੇ ਬਾਰੇ ਪਤਾ ਨਹੀਂਗਾ, ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ, ਇਹ ਯਾਦ ਰੱਖਣਾ ਆਪਾਂ। ਥਰਡ ਪੁਆਇੰਟ ਹੈ ਆਪਣਾ, ਜੇ ਕੋਈ ਫੰਕਸ਼ਨ ਕੰਟੀਨਿਊਸ ਨਹੀਂ ਹੈਗਾ ਕਿਸੇ ਪੁਆਇੰਟ ਤੇ, ਆਪਾਂ ਨੂੰ ਪਤਾ ਹੈ ਕਿ ਕਿਸੇ ਪੁਆਇੰਟ ਤੇ ਨਹੀਂ ਕੰਟੀਨਿਊਸ, ਤਾਂ ਆਪਾਂ ਨਾਲ ਦੀ ਨਾਲ ਕਹਿ ਸਕਦੇ ਹਾਂ ਕਿ ਉੱਥੇ ਡਿਰਾਈਵੇਬਲ ਵੀ ਨਹੀਂ ਹੈਗਾ। ਆ ਦੇਖੋ ਇਹ ਮੈਂ ਬਣਾਇਆ ਹੈ ਗ੍ਰੇਟੈਸਟ ਇੰਟੀਜਰ ਫੰਕਸ਼ਨ ਬਣਾਤਾ, ਤਾਂ ਇਹ ਫੰਕਸ਼ਨ ਕੀ ਹੈ, ਕੰਟੀਨਿਊਸ ਨਹੀਂ ਹੈਗਾ ਕਿਉਂਕਿ ਆਪਾਂ ਇੱਥੋਂ ਚੱਲਣਾ ਨੋਟ ਕੰਟੀਨਿਊਸ। ਕਿਹਦੇ ਤੇ ਕੰਟੀਨਿਊਸ ਨਹੀਂ ਹੈਗਾ, ਦੇਖੋ 1 ਤੇ, ਕਿਉਂਕਿ 1 ਤੇ ਗੈਪ ਹੈ। 2 ਤੇ ਵੀ ਕੰਟੀਨਿਊਸ ਨਹੀਂ ਹੈਗਾ ਕਿਉਂਕਿ 2 ਤੇ ਵੀ ਗੈਪ ਹੈ। ਤਾਂ ਇੱਥੇ ਆਪਾਂ ਨੂੰ ਸਮਝਾਇਆ ਕਿ ਜੇ ਕਿਸੇ ਪੁਆਇੰਟ ਤੇ ਕੰਟੀਨਿਊਸ ਨਹੀਂ ਹੈਗਾ ਤਾਂ ਉਸ ਪੁਆਇੰਟ ਤੇ ਡਿਰਾਈਵੇਬਲ ਵੀ ਨਹੀਂ ਹੈਗਾ। ਦੇਖੋ ਉਸੇ ਤਰ੍ਹਾਂ ਆਪਾਂ ਚੈੱਕ ਕਰਦੇ ਹਾਂ, 1 ਤੇ ਕੰਟੀਨਿਊਸ ਹੈ ਨਹੀਂ ਸੀ ਤਾਂ 1 ਤੇ ਕੀ ਹੈ, ਕਿੰਨੇ ਟੈਂਜੈਂਟਸ ਬਣ ਗਏ, ਇਹਦਾ ਮਤਲਬ 1 ਤੇ ਡਿਰਾਈਵੇਬਲ ਨਹੀਂ ਹੈਗਾ। 2 ਤੇ ਦੇਖਿਆ, 2 ਤੇ ਕੰਟੀਨਿਊਸ ਨਹੀਂ ਸੀਗਾ ਕਿਉਂਕਿ ਗੈਪ ਸੀ, ਤਾਂ 2 ਤੇ ਕਿੰਨੇ ਟੈਂਜੈਂਟਸ ਬਣ ਰਹੇ ਆ, ਤਾਂ ਆਪਾਂ ਬੋਲ ਸਕਦੇ ਹਾਂ 2 ਤੇ ਡਿਰਾਈਵੇਬਲ ਵੀ ਨਹੀਂ ਹੈਗਾ। ਮਤਲਬ ਜੇ ਕਿਸੇ ਪੁਆਇੰਟ ਤੇ ਆਪਾਂ ਨੂੰ ਪੱਕਾ ਪਤਾ ਹੈ ਕਿ ਫੰਕਸ਼ਨ ਕੰਟੀਨਿਊਸ ਨਹੀਂ, ਤਾਂ ਆਪਾਂ ਫਿਰ ਦਾਅਵਾ ਕਰ ਸਕਦੇ ਹਾਂ ਕਿ ਉਸੇ ਪੁਆਇੰਟ ਤੇ
ਡਿਰਾਈਵੇਬਲ ਵੀ ਨਹੀਂ। ਤਾਂ ਇੱਕ ਵਾਰੀ ਸਾਰਾ ਇੱਕ ਵਾਰੀ ਰਿਵਾਈਜ਼ ਕਰਦੇ ਹਾਂ ਆਪਾਂ। ਜੇ ਕਿਸੇ ਪੁਆਇੰਟ ਤੇ ਡਿਰਾਈਵੇਬਲ ਹੈ ਆਪਾਂ ਦਾਵਾ ਕਰ ਸਕਦੇ ਹਾਂ ਕਿ ਉਸੇ ਪੁਆਇੰਟ ਤੇ ਕੰਟੀਨਿਊਸ ਵੀ ਹੋਏਗਾ। ਜੇ ਕਿਸੇ ਪੁਆਇੰਟ ਤੇ ਕੰਟੀਨਿਊਸ ਹੈ ਤਾਂ ਆਪਾਂ ਦਾਵਾ ਨਹੀਂ ਕਰ ਸਕਦੇ ਡਿਫਰੈਂਸ਼ੀਏਬਿਲਿਟੀ ਬਾਰੇ, ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ। ਬਟ ਜੇ ਕਿਸੇ ਫੰਕਸ਼ਨ ਦਾ ਆਪਾਂ ਨੂੰ ਪਤਾ ਹੈ ਕਿ ਕਿਸੇ ਪੁਆਇੰਟ ਤੇ ਕੰਟੀਨਿਊਸ ਨਹੀਂ ਹੈਗਾ ਤਾਂ ਫਿਰ ਵੀ ਆਪਾਂ ਦਾਵਾ ਕਰ ਸਕਦੇ ਹਾਂ ਕਿ ਉਹਦੇ ਤੇ ਡਿਫਰੈਂਸ਼ੀਏਬਲ ਵੀ ਨਹੀਂ ਹੈਗਾ। ਇਹ ਹੋ ਗਈਆਂ ਆਪਣੀਆਂ ਤਿੰਨ ਗੱਲਾਂ। ਹੁਣ ਆਪਾਂ ਇੱਕ ਕੁਐਸਚਨ ਹੈ ਜਿਹੜਾ ਉਹ ਤੁਸੀਂ ਇਹਦਾ ਆਨਸਰ ਦੱਸਣਾ ਹੈ ਕਮੈਂਟ ਬਾਕਸ 'ਚ ਲਿਖ ਕੇ। Write the name of the function which is not continuous and not differentiable at integral points from our previous videos। ਤਾਂ ਇੱਕ ਫੰਕਸ਼ਨ ਦਾ ਨਾਮ ਤੁਸੀਂ ਕਮੈਂਟ ਬਾਕਸ 'ਚ ਲਿਖ ਕੇ ਦੱਸਣਾ ਹੈ ਕਿ ਕਿਹੜਾ ਫੰਕਸ਼ਨ ਹੈ ਜਿਹੜਾ ਇੰਟੀਜਰਸ ਤੇ ਕੰਟੀਨਿਊਸ ਵੀ ਨਹੀਂ ਹੁੰਦਾ ਤੇ ਇੰਟੀਜਰਸ ਤੇ ਡਿਫਰੈਂਸ਼ੀਏਬਲ ਵੀ ਨਹੀਂ ਹੁੰਦਾ। ਇੱਕ ਤਾਂ ਮੈਂ ਇਹ ਲਿਖਤਾ, ਇਹ ਐਗਜ਼ਾਮਪਲ ਨਹੀਂ ਲਿਖਣੀ, ਤੁਸੀਂ ਧਿਆਨ ਰੱਖਣਾ ਹੈ। ਕੋਈ ਹੋਰ ਐਗਜ਼ਾਮਪਲ ਲਿਖਣੀ ਹੈ ਫੰਕਸ਼ਨ ਦੀ ਜਿਹੜਾ ਕਿ ਇੰਟੀਜਰਸ ਤੇ ਕੰਟੀਨਿਊਸ ਵੀ ਨਹੀਂ ਹੁੰਦਾ ਤੇ ਡਿਫਰੈਂਸ਼ੀਏਬਲ ਵੀ ਨਹੀਂ ਹੁੰਦਾ ਗਾ। ਥੈਂਕ ਯੂ ਫॉर ਵਾਚਿੰਗ।